इस पुल दे विच त्रासदी ये बनी है, दिक्कत ये आई है कि मंडी दे उत्तों ये पुल चढ़ाया गया और मंडी तो अगे नहर तो पहलां जिथे कस्बा खत्म नहीं हुंदा उत्थे इहनूं उतारिया जा रहा। जे मान लो खब्बे पासे वालियां ने मंडी च आउणा ते अगे 4 किलोमीटर दूर जाके फत्तूवाल पिंड पैंदा, उत्थों उन्हां नूं कट लेना पैना, उत्थों उन्हां ने वापस आउणा। चौंकी खब्बे पासे आ रही है, टोटल दे विच 18 बैंक ने इस रईए दे विच कोई वारदात हो जूगी। विचों कट जिहड़ा बहुत ज़्यादा उन्हां सड़कां दे उत्ते जरूरी सीगा जिहड़ियां आले दुआले लंघदियां ने। शमशान घाट सज्जे पासे और सारी जिहड़ी बहुत गिणती आबादी हो रही है दी इस पासे आ। इन्हां चीज़ां नूं मुश्किलात नूं वेखदे होए जे किसी ने हस्पताल आउणा ते 5 किलोमीटर तक कट लैके थोड़ी आऊगा। पर ਇਹਦੇ ਨਾਲ ਰੁਜ਼ਗਾਰ ਵੱਲ ਵੀ ਧਿਆਨ ਦਿਓ ਨਾ। ਸਾਡੇ ਲੋਕਾਂ ਦੀ ਰੋਜੀ ਰੋਟੀ ਜਿਹੜੀ ਜੁੜੀ ਹੈ, ਕੇਵਲ ਸਾਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਹੀ ਖੁਸ਼ ਨਾ ਕੀਤਾ ਜਾਵੇ। ਮੈਂ ਬੀਬਾ ਹਰਸਿਮਰਤ ਹੋਣਾ ਨੂੰ ਵੀ 3-4 ਵਾਰੀ ਫੋਨ ਕੀਤਾ, ਉਹ ਸ਼ਾਇਦ ਪਾਠ ਕਰ ਰਹੇ ਸੀ ਜਾਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਕਿ ਸੰਸਦ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਉਸ ਦਿਨ ਡਰੱਗ ਦੇ ਉੱਤੇ ਬੋਲੇ, ਬਹੁਤ ਵਧੀਆ। ਇਹ ਲੋਕਾਂ ਨਾਲ ਜੁੜੇ ਇਸ਼ੂ ਨੇ, ਇੱਥੋਂ ਤੁਹਾਡੇ ਐਮਐਲਏ ਬਣਦੇ ਰਹੇ ਨੇ, ਇਹਨਾਂ ਲੋਕਾਂ ਦੇ ਸਿਰ ਦੇ ਉੱਤੇ ਤੁਸੀਂ ਸਰਕਾਰਾਂ ਢਾਈਆਂ ਨੇ। ਮੈਂ ਪ੍ਰਤਾਪ ਬਾਜਵਾ ਹੋਣਾ ਨੂੰ ਵੀ ਫੋਨ ਕੀਤਾ, ਇਹਨਾਂ ਦੇ ਬੀਜੇਪੀ ਦੇ ਇੱਕ ਬਿਕਰਮ ਚੀਮਾ ਨੇ ਜਿਹੜੇ ਇੱਥੋਂ ਦੇ ਇੰਚਾਰਜ ਲਾਏ ਨੇ ਆਪਣੇ ਏਰੀਏ ਦੇ, ਉਹਨਾਂ ਨੇ ਮੈਨੂੰ ਦੱਸਿਆ ਜੀ ਮੈਂ ਸੋਮਨਾਥ ਹੋਣਾ ਨਾਲ ਵੀ ਗੱਲ ਕਰ ਲਈ ਔਰ ਇਹ ਮਸਲਾ ਲੋਕਾਂ ਦੇ ਅਕੋਰਡਿੰਗ ਹੱਲ ਹੋਊਗਾ। ਵੈਸੇ ਤਾਂ ਸਾਡੇ ਸੂਬੇ ਦੇ ਵਿੱਚ ਵਿਕਾਸ ਹੁੰਦਾ ਨਹੀਂ ਹੈ, ਲੇਕਿਨ ਅਗਰ ਵਿਕਾਸ ਹੋਵੇ ਤੇ ਲੋਕਾਂ ਦਾ ਉਜਾੜਾ ਵੀ ਹੋ ਜਾਂਦਾ ਹੈ। ਤਾਂ ਅੱਜ ਅਸੀਂ ਇੱਕ 32,000 ਲੋਕਾਂ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿੱਥੇ ਕਿ ਇੱਕ ਪੁੱਲ ਕਰਕੇ 32,000 ਲੋਕ ਇਫੈਕਟਡ ਹੋ ਰਹੇ ਨੇ। ਜਿਹੜਾ ਪੁੱਲ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਰਈਆ ਦਾ ਪੁੱਲ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਸੀ। ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇਸ ਨੂੰ ਬਣਾਇਆ ਜਾ ਰਿਹਾ, ਲੇਕਿਨ ਬਿਲਕੁਲ ਮਾਰਕੀਟ ਦੇ ਵਿੱਚ ਇਸ ਪੁੱਲ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਕਿ ਇਹਨਾਂ ਦਾ ਰੋਜ਼ਗਾਰ ਤਬਾਹ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੋਰ ਜਿਹੜੀ ਲਿੰਕ ਰੋਡ ਨੇ ਉਹਨਾਂ ਦਾ ਵੀ ਕਨੈਕਸ਼ਨ ਜਿਹੜਾ ਹੈ ਉਹ ਟੁੱਟੂਗਾ। ਤਾਂ ਇਹ ਲੋਕ ਅੱਜ ਜਿਹੜੇ ਇਕੱਠੇ ਹੋਏ ਨੇ, ਇਹ ਉਹ ਲੋਕ ਨੇ ਜਿਹੜੇ ਕਿ ਇਸ ਵਿਕਾਸ ਤੋਂ ਸਤਾਏ ਲੋਕ ਨੇ, ਜਿਨ੍ਹਾਂ ਨੇ ਕਿ ਸੋਚਿਆ ਸੀ ਕਿ ਪੁੱਲ ਬਣੂਗਾ ਤੇ ਸਾਡੀਆਂ ਕੁਝ ਮੁਸ਼ਕਲਾਂ ਹੱਲ ਹੋਣਗੀਆਂ, ਲੇਕਿਨ ਮੁਸ਼ਕਲਾਂ ਹੱਲ ਹੋਣ ਦੀ ਬਜਾਏ ਉਲਟਾ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ। ਤਾਂ ਸਾਡੇ ਨਾਲ ਮਨਦੀਪ ਸਿੰਘ ਮੰਨਾ ਮੌਜੂਦ ਨੇ, ਅੱਜ ਉਹਨਾਂ ਵੱਲੋਂ ਇੱਥੇ ਆਵਾਜ਼ ਚੁੱਕੀ ਗਈ ਹੈ। ਤਾਂ ਮੰਨਾ ਜੀ, ਕੀ ਕਹਿਣਾ ਚਾਹੋਗੇ, ਕੀ ਮਕਸਦ ਹੈ ਤੁਹਾਡਾ ਜਿਹੜਾ ਅੱਜ ਤੁਸੀਂ ਇੱਥੇ ਆਏ ਜੇ? ਕਾਰਨ ਕੀ ਹੈ ਕਿ ਸਰਕਾਰ ਤੇ ਕਹਿੰਦੀ ਵਿਕਾਸ ਕਰ ਰਹੇ ਹਾਂ? ਸੁਮਿਤ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ। ਦੂਜੀ ਚੀਜ਼ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਲੋਕ ਜਿਹੜੇ ਨੇ ਇਹ ਡਿਵੈਲਪਮੈਂਟ ਰੋਕ ਨਹੀਂ ਰਹੇ, ਇਹ ਵਿਕਾਸ ਨੂੰ ਰੋਕ ਨਹੀਂ ਰਹੇ। ਇਹ ਵੀ ਚੀਜ਼ਾਂ ਲੋਕਾਂ ਨੂੰ ਆਪਣੇ ਦਿਮਾਗ 'ਚੋਂ ਸੁਣਨ ਵਾਲਿਆਂ ਨੂੰ ਕੱਢਣੀਆਂ ਪੈਣਗੀਆਂ ਕਿ ਇਹਨਾਂ ਦਾ ਵਿਕਾਸ ਰੋਕਣ ਦਾ ਕੋਈ ਮਸਲਾ ਨਹੀਂ। ਰਾਤੀ ਮੈਂ ਇੱਕ ਪੋਸਟਰ ਪਾਇਆ ਸੀਗਾ ਤੇ ਕਈ ਲੋਕ, ਤੁਹਾਨੂੰ ਪਤਾ ਫੇਸਬੁੱਕ ਤੇ ਦੁਨੀਆ ਚੱਲਦੀ ਆ ਵੀ ਕੋਈ ਕੀ ਬੋਲਦਾ ਤੇ ਆਪਾਂ ਆਪਣਾ ਰਿਜ਼ਲਟ ਦੇ ਹੀ ਦੇਣਾ, ਉਹਨੂੰ ਨਤੀਜਾ ਕੱਢ ਹੀ ਦੇਣਾ ਉਹਦਾ। ਉਹ ਕਈ ਲੋਕ ਮੈਨੂੰ ਲਿਖ ਰਹੇ ਸੀਗੇ ਕਿ ਪੁਲ ਦੇ ਨਾਲ ਡਿਵੈਲਪਮੈਂਟ ਨਾ ਰੋਕੋ, ਪੁਲ ਨੂੰ ਨਾ ਰੋਕੋ। ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਲੋਕ ਡਿਵੈਲਪਮੈਂਟ ਨਹੀਂ ਰੋਕ ਰਹੇ। ਇੱਕ ਚੀਜ਼ ਨੂੰ ਸਮਝੋ, ਇਹ ਲੋਕ ਕਹਿ ਰਹੇ ਨੇ ਕਿ ਡਿਵੈਲਪਮੈਂਟ ਥੋੜ੍ਹੀ ਜਿਹੀ ਹੋਰ ਕਰ ਦਿਓ। ਇਹ ਪੁਲ ਹੈ ਰਈਆ ਮੰਡੀ ਦੇ ਉੱਤੋਂ ਇਹ ਚੱਲਣਾ। ਰਈਆ ਦਾਣਾ ਮੰਡੀ ਹੈ, ਬਹੁਤ ਮਸ਼ਹੂਰ ਹੈ, ਏਸ਼ੀਆ ਦੀਆਂ ਵੱਡੀਆਂ ਮੰਡੀਆਂ ਦੇ ਵਿੱਚੋਂ ਆਉਂਦੀ ਹੈ। ਖੰਨਾ ਤੇ 2 ਨੰਬਰ 'ਤੇ ਰਈਆ ਮੰਡੀ ਆਉਂਦੀ ਹੈ। ਪੁਲ ਉੱਥੋਂ ਚੜ੍ਹਨਾ ਹੈ। ਆਮ ਤੌਰ 'ਤੇ ਤੁਸੀਂ ਕਿਸੇ ਕਸਬਿਆਂ 'ਚ ਜਾਓ, ਤੁਸੀਂ ਜੰਡਿਆਲੇ ਜਾਣਾ ਹੈ, ਅੱਗੇ ਖਲਚੀਆਂ ਆਉਂਦਾ, ਪੂਰਾ ਜਿਹੜਾ ਪੁਲ ਹੈ ਉਹ ਕੱਢ ਦਿੱਤਾ ਜਾਂਦਾ ਹੈ ਕਸਬੇ ਨੂੰ ਵਿੱਚੋਂ, ਥੱਲਿਓਂ ਮਤਲਬ ਬਾਹਰ ਕੱਢ ਕੇ ਲਾਇਆ ਜਾਂਦਾ। ਇਸ ਪੁਲ ਦੇ ਵਿੱਚ ਤਰਾਸਦੀ ਇਹ ਬਣੀ ਹੈ, ਦਿੱਕਤ ਇਹ ਆਈ ਹੈ ਕਿ ਮੰਡੀ ਦੇ ਉੱਤੋਂ ਇਹ ਪੁਲ ਚੜਾਇਆ ਗਿਆ ਔਰ ਮੰਡੀ ਤੋਂ ਅੱਗੇ ਨਹਿਰ ਤੋਂ ਪਹਿਲਾਂ ਜਿੱਥੇ ਕਸਬਾ ਖਤਮ ਨਹੀਂ ਹੁੰਦਾ ਉੱਥੇ ਇਹਨੂੰ ਉਤਾਰਿਆ ਜਾ ਰਿਹਾ। ਉੱਥੇ ਜਿਹੜਾ ਅੱਗੋਂ ਇਹਨੂੰ ਪਿੱਲਰਾਂ ਦੀ ਜਗ੍ਹਾ ਦੇ ਉੱਤੇ ਤੇ ਉਹ ਸਾਈਡਾਂ ਦੇ ਉੱਤੇ ਕੰਧ ਕਰਕੇ ਜਿਹੜਾ ਉਹ ਬੰਦ ਕੀਤਾ ਜਾ ਰਿਹਾ। ਉਹਦੇ ਨਾਲ ਦਿੱਕਤਾਂ ਕੀ ਆਉਣੀਆਂ ਨੇ, ਜਿਹੜੀਆਂ ਚੀਜ਼ਾਂ ਮੈਂ ਦੱਸਣੀਆਂ ਚਾਹੁੰਦਾ, ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਰਈਏ ਦੇ ਵਿੱਚ 25-30 ਹਜ਼ਾਰ ਦੀ ਆਬਾਦੀ ਹੈ ਇਸ ਰਈਏ ਦੇ ਵਿੱਚ। ਇਹਦੇ ਨਾਲ ਜਿੱਥੇ ਪੁਲ ਉਤਰਨਾ ਉਸ ਤੋਂ ਅੱਗੇ ਖੱਬੇ ਪਾਸੇ ਇੱਕ ਰਸਤਾ ਜਾਂਦਾ ਹੈ ਖਡੂਰ ਸਾਹਿਬ ਗੋਂਦਵਾਲ ਸਾਹਿਬ ਨੂੰ, ਸੱਜੇ ਪਾਸੇ ਇੱਕ ਰਸਤਾ ਜਾਂਦਾ ਹੈ ਮਹਿਤੇਵਾਲ ਨੂੰ ਤੇ ਬਾਬਾ ਬਕਾਲਾ ਸਾਹਿਬ ਨੂੰ। ਜਦੋਂ ਇੱਥੇ ਮੰਡੀ ਦੇ ਵਿੱਚ ਫਸਲ ਆਉਂਦੀ ਹੈ, ਆਲੇ ਦੁਆਲੇ ਸੈਂਕੜੇ ਪਿੰਡਾਂ ਦੇ ਕਿਸਾਨ ਜਿਹੜੇ ਇਸ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦੇ ਨੇ, ਇੱਥੇ ਆਪਣਾ ਜਿਹੜਾ ਉਹ ਢੋਆ ਢੁਆਈ ਉਹਨਾਂ ਦੀ ਚੱਲਦੀ ਹੈ, ਉਹ ਕੱਟ ਦੋਵੇਂ ਬੰਦ ਹੋ ਜਾਣੇ ਨੇ। ਉਹਨਾਂ ਨੂੰ ਜੇ ਆਉਣਾ ਪੈਣਾ ਹੈ, ਜੇ ਮੰਨ ਲਓ ਖੱਬੇ ਪਾਸੇ ਵਾਲਿਆਂ ਨੇ ਮੰਡੀ 'ਚ ਆਉਣਾ ਤੇ ਅੱਗੇ 4 ਕਿਲੋਮੀਟਰ ਦੂਰ ਜਾ ਕੇ ਫੱਤੂਵਾਲ ਪਿੰਡ ਪੈਂਦਾ, ਉੱਥੋਂ ਉਹਨਾਂ ਨੂੰ ਕੱਟ ਲੈਣਾ ਪੈਣਾ, ਉੱਥੋਂ ਉਹਨਾਂ ਨੇ ਵਾਪਸ ਆਉਣਾ। ਤੇ ਜੇ ਇੱਧਰ ਵਾਲਿਆਂ ਨੇ ਮੰਡੀ ਦੇ ਵਿੱਚ ਆਉਣਾ, ਇੱਥੋਂ ਤੇ ਉਹ ਮੰਡੀ ਚੱਲ ਜਾਣਗੇ। ਜਦੋਂ ਉਹਨਾਂ ਵਾਪਸ ਆਪਣੇ ਘਰ ਦੇ ਵਿੱਚ ਜਾਣਾ ਤੇ ਅੱਗੋਂ 4-5 ਕਿਲੋਮੀਟਰ ਦਾ ਫਾਸਲਾ ਉਹਨਾਂ ਨੂੰ ਤੈਅ ਕਰਨਾ ਪੈਣਾ। ਕੱਲੀ ਉਹ ਪ੍ਰੋਬਲਮ ਨਹੀਂ ਹੈਗੀ, ਸਕੂਲ ਬੱਸਿਸ, ਬੱਚੇ ਸਕੂਲ ਦੇ ਵਿੱਚ ਜਾਂਦੇ ਨੇ, ਟਾਈਮ ਕਿੰਨਾ ਜਾਇਆ ਹੋਊਗਾ, ਤੇਲ ਕਿੰਨਾ ਜਾਇਆ ਹੋਊਗਾ। ਚੌਂਕੀ ਖੱਬੇ ਪਾਸੇ ਆ ਰਈਏ, ਟੋਟਲ ਦੇ ਵਿੱਚ 18 ਬੈਂਕ ਨੇ ਇਸ ਰਈਏ ਦੇ ਵਿੱਚ, ਕੋਈ ਵਾਰਦਾਤ ਹੋ ਜੂਗੀ। ਵਿੱਚੋਂ ਕੱਟ ਜਿਹੜਾ ਬਹੁਤ ਜ਼ਿਆਦਾ ਉਹਨਾਂ ਸੜਕਾਂ ਦੇ ਉੱਤੇ ਜ਼ਰੂਰੀ ਸੀਗਾ ਜਿਹੜੀਆਂ ਆਲੇ ਦੁਆਲੇ ਲੰਘਦੀਆਂ ਨੇ। ਸ਼ਮਸ਼ਾਨ ਘਾਟ
ਸੱਜੇ ਪਾਸੇ ਔਰ ਸਾਰੀ ਜਿਹੜੀ ਬਹੁ ਗਿਣਤੀ ਆਬਾਦੀ ਹੋ ਰਹੀ ਹੈ ਦੀ ਇਸ ਪਾਸੇ ਆ। ਇਹਨਾਂ ਚੀਜ਼ਾਂ ਨੂੰ ਮੁਸ਼ਕਲਾਤ ਨੂੰ ਵੇਖਦੇ ਹੋਏ ਜੇ ਕਿਸੇ ਨੇ ਹਸਪਤਾਲ ਆਉਣਾ ਤੇ ਉਹ 5 ਕਿਲੋਮੀਟਰ ਤੱਕ ਕੱਟ ਲੈ ਕੇ ਥੋੜੀ ਆਊਗਾ। ਜੇ ਰੌਂਗ ਸਾਈਡ ਆਊਗਾ ਤੇ ਹੋ ਸਕਦਾ ਉਹਨੇ ਹਸਪਤਾਲ ਆਪਣੀ ਬਿਮਾਰੀ ਤੋਂ ਤੇ ਬਚ ਜਿਹੜਾ ਹੋਵੇ ਉਹ ਵੱਜ ਕੇ ਕਿਸੇ ਦੇ ਵਿੱਚ ਮਰ ਜੇ। ਸੋ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਤੇ ਆਪਾਂ ਟ੍ਰੈਫਿਕ ਦੇ ਸੁਧਾਰ ਦੀਆਂ ਦੇਸ਼ ਪੱਧਰ ਤੇ ਇੰਨੀਆਂ ਗੱਲਾਂ ਕਰਦੇ ਆ ਤੇ ਉਹਨੂੰ ਜ਼ਮੀਨੀ ਹਕੀਕਤ ਤੇ ਵੀ ਲੈ ਕੇ ਆਉਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ। ਉਸ ਸਬੰਧ ਦੇ ਵਿੱਚ ਅੱਜ ਇਹਨਾਂ 38 ਦਿਨ ਤੋਂ ਇਹ ਧਰਨਾ ਲਾਇਆ ਸੀ। ਮੇਰੀ ਇੱਕ ਆਦਤ ਹੈ ਕਿ ਬਿਨਾਂ ਕਿਸੇ ਕੰਮ ਨੂੰ ਜਾਂਚੇ ਘੋਖੇ ਮੈਂ ਉਹਦੇ ਉੱਤੇ ਬੋਲਦਾ ਨਹੀਂ। ਜਦੋਂ ਮੈਨੂੰ ਵੀ ਲੱਗਾ ਕਿ ਬਿਲਕੁਲ ਇਹਨਾਂ ਦੀ ਜੈਨੂਇਨ ਪ੍ਰੋਬਲਮ ਹੈ ਔਰ ਹੱਲ ਹੋਣੀ ਚਾਹੀਦੀ ਹੈ, ਇਸ ਸਬੰਧ ਦੇ ਵਿੱਚ ਬੀਜੇਪੀ ਇਹ ਮਸਲਾ ਹੱਲ ਕਰ ਸਕਦੀ ਸੀਗੀ। ਮੈਂ ਬੀਜੇਪੀ ਦੇ ਜਿੰਨੇ ਆਗੂ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਸਾਰ ਇਕਬਾਲ ਸਿੰਘ ਲਾਲਪੁਰਾ, ਤੁਸੀਂ ਇੱਥੇ ਬੈਠੇ ਸੀ, ਸਾਰੀ ਸੰਗਤ ਇੱਥੇ ਸੀਗੀ। ਮੈਂ ਸਪੀਕਰ ਦੇ ਉੱਤੇ ਉਹਨਾਂ ਨਾਲ ਜਿਹੜੀ ਗੱਲ ਕੀਤੀ ਔਰ ਅਗਲੇ ਨੂੰ ਦੱਸ ਕੇ ਕੀਤੀ ਹੈ ਕਿ ਤੁਸੀਂ ਸਪੀਕਰ ਤੇ ਹੋਏ ਲੋਕ ਤੁਹਾਡੇ ਕੋਲੋਂ ਛੋਟੀ ਚਾਹੁੰਦੇ ਨੇ ਕਿ ਕੇਵਲ ਮੈਂ ਇੱਕ ਚੀਜ਼ ਦਾ ਤੇ ਧੰਨਵਾਦ ਕਰਦਾ ਕਿ ਜਿਵੇਂ ਕੱਲ ਵੀਰ ਬਾਲ ਦਿਵਸ ਦੇ ਉੱਤੇ ਛੁੱਟੀ ਕੀਤੀ ਗਈ, ਅੱਜ ਵੀ ਛੁੱਟੀ ਹੈ ਔਰ ਉਹਦੇ ਨਾਲ ਮੋਦੀ ਸਾਹਿਬ ਕਦੀ ਕੀਰਤਨ ਦਰਬਾਰ ਲਾਲ ਕਿਲ੍ਹੇ ਦੇ ਵਿੱਚ ਕਰਾਉਂਦੇ ਨੇ। ਤੁਸੀਂ ਇਸ ਤਰੀਕੇ ਸਾਡਾ ਦਿਲ ਤੇ ਜਿੱਤਣ ਦੀ ਕੋਸ਼ਿਸ਼ ਕਰਦੇ ਹੋ, ਪਰ ਇਹਦੇ ਨਾਲ ਰੁਜ਼ਗਾਰ ਵੱਲ ਵੀ ਧਿਆਨ ਦਿਓ ਨਾ। ਸਾਡੇ ਲੋਕਾਂ ਦੀ ਰੋਜੀ ਰੋਟੀ ਜਿਹੜੀ ਜੁੜੀ ਹੈ, ਕੇਵਲ ਸਾਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਹੀ ਖੁਸ਼ ਨਾ ਕੀਤਾ ਜਾਵੇ। ਸਾਡੀਆਂ ਹੋਰ ਜਿਹੜੀਆਂ ਬੇਸਿਕ ਨੀਡਸ ਨੇ ਪੰਜਾਬ ਦੇ ਵਿੱਚ, ਅੱਛਾ ਧੀਆਂ ਭੈਣਾਂ ਦੀ ਸੁਰੱਖਿਆ ਦਾ ਮਸਲਾ ਹੈ, ਜੋ 4 ਕਿਲੋਮੀਟਰ ਤੋਂ ਐਕਟਿਵਾ ਦੇ ਉੱਤੇ ਆਉਣਗੀਆਂ, ਐਕਸੀਡੈਂਟ ਦਾ ਵੀ ਖਤਰਾ ਵੱਧ ਹੈ, ਉਹਦੇ ਵਿੱਚ ਲੁੱਟ ਖੋਹ ਦਾ ਵੀ ਅਗਲੇ ਪਾਸੇ ਸਾਰੀ ਸੁੰਨਸਾਨ ਹੋ ਜਾਂਦੀ ਹੈ। ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ। ਔਰ ਸਾਡੇ ਸੂਬੇ ਦੀ, ਸਾਡੇ ਦੇਸ਼ ਦੀ ਤਰਾਸਦੀ ਕੀ ਹੈ ਯਾਰ? ਅਸੀਂ ਲੋਕ ਉਲਝੀ ਧਰਮਾਂ ਦੇ ਵਿੱਚ ਗਏ। ਕੋਈ ਮੰਦਿਰ ਬਣਾਉਣਾ ਚਾਹੁੰਦਾ ਹੈ, ਕੋਈ ਕ੍ਰਿਸਚਨ ਆਪਣੀ ਗਿਣਤੀ ਵਧਾਉਣਾ ਚਾਹੁੰਦੇ ਨੇ, ਆਪਣੇ ਗਿਰਜਾ ਘਰ ਬਣਾਉਣਾ ਚਾਹੁੰਦੇ ਨੇ, ਸਿੱਖ ਆਪਣਾ ਪ੍ਰਸਾਰ ਕਰਨਾ ਚਾਹੁੰਦੇ ਨੇ। ਹਾਂ, ਧਰਮ ਦੇ ਨਾਲ ਲੋਕਾਂ ਦੀ ਰੋਜੀ ਰੋਟੀ ਵੀ ਬੜੀ ਜ਼ਿਆਦਾ ਜ਼ਰੂਰੀ ਆ। ਮੈਂ ਉਹ ਕੇਂਦਰ ਸਰਕਾਰ ਨੂੰ ਕਹਿੰਦਾ ਕਿ ਇੰਨੇ ਤੇ ਕਿਤੇ ਜਿਹੜੇ ਰੱਬ ਹੋਏ ਨੇ ਉਹ ਨਹੀਂ ਇੱਕ ਦੂਜੇ ਨਾਲ ਵੀ, ਮੁਸਲਮ ਜਿਹੜੇ ਉਹ ਸਿੱਖਾਂ ਨਾਲ ਲੜੇ ਹੋਣੇ ਤੇ ਸਿੱਖ ਮੁਸਲਮਾਨਾਂ ਨਾਲ ਲੜੇ ਹੋਣੇ ਕਿ ਉੱਪਰ ਬੈਠੇ ਭਗਵਾਨ ਵੀ ਦੰਗ ਹੈ ਕਿ ਹਮੇ ਪਤਾ ਹੀ ਨਹੀਂ ਔਰ ਨੀਚੇ ਹਮਾਰੀ ਜੰਗ ਹੈ। ਮਤਲਬ ਇਸ ਤਰੀਕੇ ਦੇ ਹਾਲਾਤ ਨਾ ਬਣਾਏ ਜਾਣ। ਇਹਨਾਂ ਚੀਜ਼ਾਂ ਨਾਲ ਤੁਸੀਂ ਵਧੀਆ ਕਰਦੇ ਹੋ, ਕੋਈ ਸ਼ੱਕ ਨਹੀਂ, ਪਰ ਇਹਦੇ ਨਾਲ ਲੋਕਾਂ ਦੀ ਰੋਜੀ ਰੋਟੀ ਦਾ ਮਸਲਾ ਵੀ ਹੈ, ਉਹਦੇ ਉੱਤੇ ਤੁਹਾਨੂੰ ਗੌਰ ਕਰਨਾ ਪਊਗਾ। ਉਹਨਾਂ ਲੋਕਾਂ ਦੇ ਉੱਤੇ ਤੁਹਾਨੂੰ ਧਿਆਨ ਦੇਣਾ ਪਊਗਾ। ਬਿਲਕੁਲ ਜਿਹੜੀ ਜੈਨੂਇਨ ਪ੍ਰੋਬਲਮ ਇਹਨਾਂ ਲੋਕਾਂ ਨੇ ਦੱਸੀ ਹੈ, ਜਿਹਦੇ ਲਈ ਮੈਂ ਇੱਥੇ ਆਇਆ ਔਰ ਉਹਦੇ ਲਈ ਮੈਂ ਸਾਰ ਇਕਬਾਲ ਸਿੰਘ ਲਾਲਪੁਰਾ ਉਹਨਾਂ ਨਾਲ ਗੱਲ ਕੀਤੀ। ਸਪੀਕਰ ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਸ਼ੋਰਟੀ ਦਵਾਈ ਹੈ ਕਿ ਇਹ ਮੇਰੀ ਜ਼ਿੰਮੇਵਾਰੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੀਜੇਪੀ ਆਪਣੇ ਪੈਰ ਤੇ ਬੜੇ ਪਸਾਰ ਰਹੀ ਹੈ, ਮਤਲਬ ਵੀ ਅਸੀਂ ਪੰਜਾਬ ਦੇ ਵਿੱਚ ਅਗਲੀ ਇਲੈਕਸ਼ਨ ਸ਼ਾਇਦ ਹੋ ਸਕਦਾ ਸਾਡੀ ਸਰਕਾਰ ਹੋਵੇ। ਰੱਬ ਨੇ ਕਿਹਨੂੰ ਭਾਗ ਲਾਉਣੇ ਨੇ, ਜਨਤਾ ਨੇ ਕਿਹਨੂੰ ਭਾਗ ਲਾਉਣੇ, ਉਹਦੇ ਤੇ ਮੈਂ ਕਿੰਤੂ ਪਰੰਤੂ ਨਹੀਂ ਕਰਦਾ। ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਜੇ ਲੋਕਾਂ ਦੇ ਮਸਲੇ ਹੱਲ ਨਹੀਂ ਕਰੋਗੇ, ਲੋਕਾਂ ਦੀ ਰੋਜੀ ਰੋਟੀ ਦੇ ਨਾਲ ਖਿਲਵਾੜ ਕਰੋਗੇ, ਲੋਕਾਂ ਦੀਆਂ ਦੁੱਖ ਤਕਲੀਫਾਂ ਨਹੀਂ ਸੁਣੋਗੇ, ਤੇ ਸ਼ਾਇਦ ਤੁਹਾਡਾ ਇਹ ਸੁਪਨਾ ਪੂਰਾ ਨਹੀਂ ਹੋਊਗਾ। ਤੇ ਜੇ ਇਸ ਤਰੀਕੇ ਤੁਸੀਂ ਲੋਕਾਂ ਦੀਆਂ, ਜਦੋਂ ਲੋਕ ਸੜਕਾਂ ਤੇ ਬੈਠੇ ਨੇ, ਉਹਨਾਂ ਦਾ ਮਸਲਾ ਹੱਲ ਕਰੋਗੇ ਤੇ ਲੋਕ ਤੁਹਾਡੀ ਆਪਣੇ ਆਪ ਹੀ ਸੋਭਾ ਕਰਨਗੇ। ਲੋਕਾਂ ਨੂੰ ਕੰਮਕਾਰ ਚਾਹੀਦਾ। ਇਹਨਾਂ ਦੁਕਾਨਾਂ ਵਾਲਿਆਂ ਦੇ ਹੁਣੇ ਮੇਰੇ ਖਿਆਲ 100-150 ਦੁਕਾਨ ਹੈ ਜੀ, ਅੱਗੇ 100-150 ਦੁਕਾਨ ਵਾਲਿਆਂ ਦਾ ਜਦੋਂ ਕਾਰੋਬਾਰ ਬੰਦ ਹੋ ਜਾਊਗਾ ਤੇ ਇਹਨਾਂ ਲੋਕਾਂ ਨੇ ਆਪਣੇ ਬੱਚੇ ਵੀ ਤੇ ਬਾਹਰ ਹੀ ਭੇਜਣੇ ਨੇ ਨਾ। ਤੇ ਸਭ ਤੋਂ ਵੱਧ ਜਿਹੜਾ ਸਾਡੇ ਸੂਬੇ 'ਚ ਕ੍ਰਾਈਮ ਹੋ ਰਿਹਾ ਔਰ ਰੁਜ਼ਗਾਰ ਘਟਣ ਦੇ ਕਰਕੇ ਹੋ ਰਿਹਾ। ਇਹਨਾਂ ਚੀਜ਼ਾਂ ਤੇ ਗੌਰ ਫਰਮਾਓ। ਇਹਨਾਂ ਲੋਕਾਂ ਦੇ ਮਸਲੇ, ਔਰ ਲੋਕ 38 ਦਿਨ ਤੋਂ ਧਰਨੇ ਦੇ ਉੱਤੇ ਨੇ। ਮੈਂ ਤੇ ਇਹਨਾਂ ਨੂੰ ਕਹਿੰਦਾ ਕਿ ਅਸੂਲੋਂ ਪਰ ਅਗਰ ਆਂਚ ਆਏ ਤਾਂ ਟਕਰਾਣਾ ਜ਼ਰੂਰੀ ਹੈ, ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ। ਜੀ ਇੰਜੀਨੀਅਰ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਜਿਸ ਵੇਲੇ ਕੋਈ ਵੀ ਪ੍ਰੋਜੈਕਟ ਪਾਸ ਕੀਤਾ ਜਾਂਦਾ, ਖਾਸ ਕਰਕੇ ਇਹੋ ਜਿਹਾ, ਉਹਦੇ ਵਿੱਚ ਲੋਕਾਂ ਕੋਲ ਪੁੱਛਿਆ ਜਾਂਦਾ ਹੈ ਕਿ ਇਸ ਦੇ ਨਾਲ ਕੋਈ ਤਕਲੀਫ ਤੇ ਨਹੀਂ ਹੈ, ਤਾਂ ਕਿਆ ਇੰਜੀਨੀਅਰ ਨੂੰ ਇਹ ਚੀਜ਼ ਨਜ਼ਰ ਨਹੀਂ ਆਈ? ਮੈਂ ਦੇਖੋ, ਇਹ ਪੁਲ ਜਿਹੜਾ ਪਹਿਲਾਂ ਇੱਥੇ ਉਤਰਦਾ ਸੀਗਾ, ਉਦੋਂ ਟ੍ਰੈਫਿਕ ਸਿਸਟਮ ਐਡਾ ਵੱਡਾ ਨਹੀਂ ਸੀ ਹੈਗਾ, ਇੰਨੀ ਵਹੀਕਲ ਤੇ ਇੰਨਾ ਵੱਡਾ ਮਤਲਬ ਇਹ ਰਸਤਾ ਨਹੀਂ ਚੱਲਦਾ ਸੀਗਾ। ਉਦੋਂ ਪੁਲ ਉਤਰਦਾ ਸੀ। ਇੰਜੀਨੀਅਰ ਨੇ ਸ਼ਾਇਦ ਤੇ ਸਰਕਾਰ ਨੇ ਸੋਚਿਆ ਪਿੱਛੇ ਜਿਹੜੇ ਮਿੱਟੀ ਵਾਲੇ ਪੁਲ ਸੀ ਉਹ ਤਕਰੀਬਨ ਢਾਹ ਕੇ ਥੱਲੇ ਪਿੱਲਰਾਂ ਵਾਲੇ ਬਣਾਉਣੇ ਸ਼ੁਰੂ ਕਰ ਦਿੱਤੇ। ਹੋ ਸਕਦਾ ਉਦੋਂ ਟੈਕਨੀਕ ਨਾ ਹੋਵੇ, ਪਰ ਇਹ ਪੁਲ ਉਦੋਂ ਵੀ ਪਿੱਲਰਾਂ ਵਾਲੇ ਬਣਨੇ ਚਾਹੀਦੇ ਸੀ। ਕਾਰਨ ਕੀ ਹੈ ਕਿ ਲੋਕਾਂ ਕੋਲ ਥੱਲੇ ਸਪੇਸ ਵੀ ਵੱਧ ਜਾਂਦੀ ਹੈ, ਲੋਕਾਂ ਕੋਲ ਪਾਰਕਿੰਗ ਵੀ ਵੱਧ ਜਾਂਦੀ ਹੈ, ਲੋਕਾਂ ਦਾ ਇੱਕ ਦੂਜੇ ਸਾਹਮਣੇ ਦੁਕਾਨਦਾਰਾਂ ਨਾਲ ਆਉਣ ਜਾਣ ਦਾ ਟੱਚ ਵੀ ਰਹਿੰਦਾ। ਉਦੋਂ ਵੀ ਇਹਦੇ ਉੱਤੇ ਗੌਰ ਫਰਮਾਉਣਾ ਚਾਹੀਦਾ ਸੀਗਾ। ਕੇਵਲ ਇਸ ਤਰੀਕੇ ਟੈਂਡਰ ਨਾ ਲਾਏ ਜਾਣ ਕਿ ਸਿਰਫ ਆਪਣੀ ਖਾਨਾ ਪੂਰਤੀ ਕਰਨੀ ਹੈ। ਇਹਦੇ ਤੇ ਬਕਾਇਦਾ ਪੁਲ ਬਣਾਉਣ ਤੋਂ ਪਹਿਲਾਂ ਪੂਰੀ ਤਕਨੀਕੀ ਜਾਂਚ ਹੋਣੀ ਚਾਹੀਦੀ ਸੀ ਕਿ ਰਈਆ ਕਸਬਾ ਕਿੰਨਾ ਵੱਧ ਗਿਆ, ਲੋਕਾਂ ਦੀਆਂ ਲੋੜਾਂ ਕੀ ਨੇ, ਤੇ ਫਰਕ ਤੇ ਕੁਝ ਵੀ ਨਹੀਂ ਪੈਣਾ। 500 ਮੀਟਰ ਅੱਗੇ ਜਿਹੜਾ ਪੁਲ ਜਾਣਾ ਸੀਗਾ। ਔਰ ਦੂਜੀ ਚੀਜ਼, ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਚਾਹੁੰਦਾ, ਇੱਥੇ ਮੈਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਮੈਂ ਬੀਬਾ ਹਰਸਿਮਰਤ ਹੋਣਾ ਨੂੰ ਵੀ 3-4 ਵਾਰੀ ਫੋਨ ਕੀਤਾ, ਉਹ ਸ਼ਾਇਦ ਪਾਠ ਕਰ ਰਹੇ ਸੀ ਜਾਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਕਿ ਸੰਸਦ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਉਸ ਦਿਨ ਡਰੱਗ ਦੇ ਉੱਤੇ ਬੋਲੇ, ਬਹੁਤ ਵਧੀਆ। ਇਹ ਲੋਕਾਂ ਨਾਲ ਜੁੜੇ ਇਸ਼ੂ ਨੇ, ਇੱਥੋਂ ਤੁਹਾਡੇ ਐਮਐਲਏ ਬਣਦੇ ਰਹੇ ਨੇ, ਇਹਨਾਂ ਲੋਕਾਂ ਦੇ ਸਿਰ ਦੇ ਉੱਤੇ ਤੁਸੀਂ ਸਰਕਾਰਾਂ ਢਾਈਆਂ ਨੇ। ਮੈਂ ਪ੍ਰਤਾਪ ਬਾਜਵਾ ਹੋਣਾ ਨੂੰ ਵੀ ਫੋਨ ਕੀਤਾ,
ਇਹਨਾਂ ਦੇ ਬੀਜੇਪੀ ਦੇ ਇੱਕ ਵਿਕਰਮ ਚੀਮਾ ਨੇ ਜਿਹੜੇ ਇੱਥੋਂ ਦੇ ਇੰਚਾਰਜ ਲਾਏ ਨੇ ਆਪਣੇ ਏਰੀਏ ਦੇ, ਉਹਨਾਂ ਨੇ ਮੈਨੂੰ ਦੱਸਿਆ ਜੀ ਮੈਂ ਸੋਮਨਾਥ ਹੋਣਾ ਨਾਲ ਵੀ ਗੱਲ ਕਰ ਲਈ ਔਰ ਇਹ ਮਸਲਾ ਲੋਕਾਂ ਦੇ ਅਕੋਰਡਿੰਗ ਹੱਲ ਹੋਊਗਾ। ਤੇ ਜੇ ਕਰਨਗੇ ਤੇ ਸਾਡਾ ਕੋਈ ਵੈਰ ਥੋੜੀ ਹੈ ਨਾ, ਅਸੀਂ ਉਹਨਾਂ ਦੀ ਮਤਲਬ ਸ਼ੋਭਾ ਵੀ ਕਰਾਂਗੇ। ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੇ ਕੋਲੋਂ ਤੁਸੀਂ ਮੇਰਾ ਕਿਸੇ ਨਾਲ ਜਾਤੀ ਵੈਰ ਵਿਰੋਧ ਨਹੀਂ ਹੈਗਾ ਕਿ ਮੈਂ ਸੁਖਬੀਰ ਬਾਦਲ ਨੂੰ ਫੋਨ ਨਹੀਂ ਕਰਨਾ, ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਵੀ ਗੱਲ ਹੋ ਜੇ। ਮੇਰਾ ਕਿਸੇ ਨਾਲ ਆਪਣੇ ਪੱਧਰ ਦੇ ਉੱਤੇ ਵੈਰ ਵਿਰੋਧ ਨਹੀਂ ਹੈਗਾ, ਲੜਾਈ ਤੇ ਲੋਕਾਂ ਦੀ ਹੈ ਨਾ ਯਾਰ। ਮੈਨੂੰ ਇਹਨਾਂ ਲੋਕਾਂ ਲਈ ਕਿਸੇ ਨੂੰ ਵੀ ਕਹਿਣਾ ਪਵੇ, ਕਿਸੇ ਅੱਗੇ ਵੀ ਝੁਕਣਾ ਪਵੇ, ਮੈਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ कि गैरत इतनी कि अपने लिए किसी दर पर झुका नहीं, बेगैरत इतना हूँ कि लोगों के लिए कोई दर छोड़ा नहीं। इन्हां लोकां नूं मैनूं किसी दा भी कुंडा खड़काउणा पिया मैं खड़काऊंगा। ਮਨਿਓਰਟੀ ਕਮਿਸ਼ਨ ਦੇ ਚੇਅਰਮੈਨ ਨੇ ਸਰ ਇਕਬਾਲ ਸਿੰਘ ਲਾਲਪੁਰਾ, ਜਦੋਂ ਉਹਨਾਂ ਸਪੀਕਰ ਦੇ ਉੱਤੇ ਸ਼ੋਰ ਕਰ ਦਿੱਤਾ ਤੇ ਮੇਰਾ ਖਿਆਲ ਹੈ ਮੈਂ ਇਹਨਾਂ ਲੋਕਾਂ ਨੂੰ, ਮੈਂ ਧਰਨਾ ਚੁੱਕਣ ਲਈ ਨਹੀਂ ਕਹਿ ਰਿਹਾ, ਮੈਂ ਕੋਈ ਸਰਕਾਰ ਦੀ ਵਿਚੋਲਗੀ ਦਲਾਲੀ ਨਹੀਂ ਕਦੇ ਕਿਤੇ ਵੀ ਕਰਦਾ, ਪਰ ਜਦੋਂ ਐਡੇ ਮਤਲਬ ਉਸ ਕੁਰਸੀ ਤੇ ਬੈਠੇ ਬੰਦੇ ਨੇ ਕਿਹਾ ਤੇ ਹੋ ਸਕਦਾ ਇਹਨਾਂ ਦਾ ਜਿਹੜਾ ਮਸਲਾ ਉਹ ਛੇਤੀ ਤੋਂ ਛੇਤੀ ਹੱਲ ਹੋਵੇ। ਇਹ ਲੋਕ ਧਰਨਿਆਂ ਤੇ ਬਹਿਣ ਵਾਲੇ ਨਹੀਂ। ਔਰ ਦੂਜੀ ਚੀਜ਼, ਮੈਂ ਤੁਹਾਡੇ ਮੰਚ ਤੋਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਇੱਥੋਂ ਐਮਪੀ ਬਣੇ, ਜਿੰਨੇ ਵੀ ਲੋਕ ਚਾਹੇ ਹਾਰ ਗਏ, ਅਕਸਰ ਵੋਟਾਂ ਤੇ ਪਾਈਆਂ ਨੇ ਨਾ ਲੋਕਾਂ ਨੂੰ, ਕਈ ਸਾਬਕਾ ਐਮਐਲਏ ਹੋਣਗੇ, ਕਈ ਸਾਬਕਾ ਐਮਪੀ ਹੋਣਗੇ, ਇੱਕ ਦਿਨ ਹਾਜ਼ਰੀ ਤੇ ਲਵਾਓ ਨਾ ਯਾਰ। ਜੈਨੂਅਨ ਮਸਲਾ ਹੈ, ਸਿਰਫ ਐਵੇਂ ਲੋਕਾਂ ਨੂੰ ਧਰਨੇ ਤੇ ਬੈਠੇ ਵੇਖ ਕੇ ਨਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਆ ਕਰੋ। ਇਹਨਾਂ ਦੇ ਵਿੱਚ ਆਓ, ਇਹਨਾਂ ਦੀ ਆਵਾਜ਼ ਵੀ ਬੁਲੰਦ ਹੋਊਗੀ, ਤੁਹਾਡੀ ਖਬਰ ਵੀ ਮਤਲਬ ਜਿਹੜੀਆਂ ਚੀਜ਼ਾਂ ਦੇ ਤੁਸੀਂ ਸ਼ੌਕੀਨ ਹੋ ਖਬਰ ਵੀ ਲੱਗੂਗੀ ਤੇ ਇਹਨਾਂ ਲੋਕਾਂ ਦਾ ਵੀ ਮਸਲਾ ਹੱਲ ਹੋਊ, ਦੋ ਪਾਸਿਓਂ ਹੱਲ ਹੋਣਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਲਾਕੇ ਦੇ ਐਮਪੀ ਨੇ ਡਿੰਪਾ, ਹਾਂਜੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇੱਥੇ ਆਪਣੀ ਹਾਜ਼ਰੀ ਲਵਾ ਕੇ ਜਾਓ। ਮੈਂ ਆਵਾਜ਼ ਚੁੱਕੀ, ਮੇਰੀ ਉਹਨਾਂ ਫੋਨ ਤੇ ਗੱਲ ਕਹਿੰਦੇ ਮੈਂ ਆਲਰੇਡੀ ਇਸ ਮੁੱਦੇ ਨੂੰ ਲੈ ਕੇ ਸੰਸਦ 'ਚ ਜਾ ਚੁੱਕਾ, ਕੰਸਰਨਡ ਮੰਤਰੀ ਨੂੰ ਵੀ ਮਿਲ ਚੁੱਕਾ। ਮੈਂ ਉਹਨਾਂ ਦੀ ਫੋਟੋ ਦੇਖੀ ਸੀ ਜੀ, ਗੜਕਰੀ ਸਾਹਿਬ ਨਾਲ ਉਹਨਾਂ ਮੀਟਿੰਗ ਕੀਤੀ ਹੈ। ਹੋ ਸਕਦਾ ਉਹਦੇ ਸਿੱਟੇ ਜਿਹੜੇ ਵਧੀਆ ਨਿਕਲਣਗੇ ਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਹੋਊਗਾ। ਕੋਈ ਵੀ ਐਫਰਟ ਕਰੇ ਉਹਦੇ ਵਿੱਚ, ਆਪ ਵੀ ਇੱਥੋਂ ਸੰਸਦ ਦੇ ਵਿੱਚ ਸ਼ੁੱਕਰਵਾਰ ਤੱਕ ਹੀ ਹੁੰਦਾ ਨਾ, ਸ਼ਨੀ ਐਤਵਾਰ ਲੰਘ ਕੇ ਗਿਆ, ਤੁਹਾਡੀ ਹਾਜ਼ਰੀ ਵੀ ਜ਼ਰੂਰੀ ਹੈ। ਮੈਂ ਗੁਰਜੀਤ ਔਜਲਾ ਗਵਾਂਢ ਦੇ ਐਮਪੀ ਨੇ ਇਹਨਾਂ ਦੇ, ਸਾਡੇ ਸ਼ਹਿਰ ਦੇ ਵੀ ਨੇ, ਮੈਂ ਉਹਨਾਂ ਨੂੰ ਵੀ ਉਦੋਂ ਫੋਨ ਕੀਤਾ ਸੀ, ਉਹ ਵੀ ਕਹਿੰਦੇ ਸੀ ਮੈਂ ਗੱਲ ਕੀਤੀ ਹੈ ਔਰ ਉਹਦੇ ਰਿਜ਼ਲਟ ਆਉਣੇ ਚਾਹੀਦੇ ਨੇ। ਮੈਂ ਸੁਖਬੀਰ ਬਾਦਲ ਜਾਂ ਬੀਬਾ ਹਰਸਿਮਰਤ ਨੂੰ ਵੀ ਕਹੂੰਗਾ ਵੀ ਇਹਨਾਂ ਲੋਕਾਂ ਦੇ ਵਿੱਚ ਬਹਿ ਕੇ ਇੱਕ ਦਿਨ, ਤੇ ਉਹਦਾ ਕਾਰਨ ਕੀ, ਇੱਕ ਤੇ ਇਹਨਾਂ ਦਾ ਹੌਸਲਾ ਬੁਲੰਦ ਹੋਊਗਾ, ਇੱਕ ਇਹਨਾਂ ਦੀ ਆਵਾਜ਼ ਬੁਲੰਦ ਹੋਊਗੀ। ਔਰ ਦੂਜੀ ਚੀਜ਼ ਕੀ ਹੈ, ਮੈਨੂੰ ਦੁੱਖ, ਆਪਾਂ ਹੁਣ ਜਿੱਦਣ ਉਹ ਨਕੋਦਰ ਲੜਕਾ ਮਰਿਆ ਸੀ, ਮੈਂ ਉੱਥੇ ਵੀ ਗਿਆ ਸੀਗਾ। ਵਪਾਰੀ ਦਾ ਕੁਝ ਨਹੀਂ ਸੋਚਿਆ ਜਾਂਦਾ ਇਸ ਦੇਸ਼ ਦੇ ਵਿੱਚ, ਕੋਈ ਨੌਕਰੀ ਵਾਲੇ ਦਾ ਨੁਕਸਾਨ ਹੁੰਦਾ ਨਾ, ਚਾਹੇ ਜਾਨੀ ਚਾਹੇ ਕਿਸ ਤਰੀਕੇ, ਉਹਦੇ ਬੱਚੇ ਨੂੰ ਨੌਕਰੀ ਵੀ ਮਿਲ ਜਾਂਦੀ ਹੈ। ਵਪਾਰੀ ਜਿਹੜਾ ਟੈਕਸ ਦਿੰਦਾ, ਇਹਨਾਂ ਦੇ ਟੈਕਸ ਦਾ ਹੀ ਪੁਲ ਬਣਨਾ ਯਾਰ, ਕੋਈ ਕੋਲੋਂ ਥੋੜੀ ਸਰਕਾਰ ਨੇ ਨੋਟ ਛਾਪ ਕੇ ਬਣਾ ਦੇਣਾ। ਜਿਹੜਾ ਵਪਾਰੀ ਹੈ, ਜੇ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ, ਇਹਨਾਂ ਨਾਲ ਟੈਕਸ, ਇਹਨਾਂ ਨਾਲ ਵਿਆਜ ਦਿੰਦਾ, ਕਦੀ ਕਿਸੇ ਸਰਕਾਰ ਨੇ ਉਹਨਾਂ ਤੇ ਗੌਰ ਕਰਨ ਦਾ ਨਹੀਂ ਸੋਚਿਆ ਕਿ ਯਾਰ ਇਹਨਾਂ ਨੂੰ ਵੀ ਕੰਪਲਸੇਟ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਕੋਈ ਮਾਲੀ ਸਹਾਇਤਾ, ਜੇ ਇਹਨਾਂ ਦਾ ਬੱਚਾ ਜਿੰਦਾ ਰਹਿੰਦਾ ਤੇ ਕਿੰਨਾ ਇਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਸੀਗਾ। ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰਸਾਨੀ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ। ਦੇਸ਼ ਜਿਹੜਾ ਚੱਲਦਾ ਕਿੱਥੋਂ ਆ, ਇਹ ਜਿੰਨੇ ਲੋਕ ਇਹਨਾਂ ਦੇ ਉੱਤੇ ਰਾਜ ਕਰਦੇ ਨੇ, ਚਾਹੇ ਉਹ ਡੀਸੀ ਹੋਵੇ, ਚਾਹੇ ਐਸਐਸਪੀ ਹੋਵੇ, ਚਾਹੇ ਸੈਕਟਰੀ ਹੋਵੇ, ਚਾਹੇ ਸਰਕਾਰਾਂ ਹੋਣ, ਯਾਰ ਟੈਕਸ ਤੇ ਇਹ ਦਿੰਦੇ ਨੇ, ਤੁਸੀਂ ਸੁਣਦਾ ਕੋਈ ਨਹੀਂ। ਟੈਕਸ ਤੇ ਇਹ ਦਿੰਦੇ ਨੇ, ਤੁਸੀਂ ਮੈਂ ਮੰਨਿਆ ਟੈਕਸ ਦਿੰਦੇ ਨੇ, ਪਰ ਇਹਨਾਂ ਦੀ ਸੁਣਦਾ ਕੋਈ ਨਹੀਂ। ਟੈਕਸ ਵਪਾਰੀ ਦਿੰਦਾ ਨਾ। ਸੋ ਇਹਨਾਂ ਚੀਜ਼ਾਂ ਨੂੰ ਤੇ ਤੁਹਾਨੂੰ ਮਤਲਬ ਪੁੱਤਾਂ ਵਾਂਗੂ ਰੱਖਣਾ ਚਾਹੀਦਾ ਕਿ ਯਾਰ ਇਹ ਪੜ੍ਹਨਗੇ ਤੇ ਸਾਡੇ ਜਿਹੜੇ ਬੱਚੇ, ਇਹਨਾਂ ਦੇ ਟੈਕਸ ਦੇ ਨਾਲ ਸਾਡੀ ਰੋਜੀ ਰੋਟੀ ਚੱਲਦੀ ਆ। ਸ਼ਹਿਰ ਦੇ ਡੀਸੀ ਸੀਗੇ, ਮੈਨੂੰ ਕੋਈ ਸ਼ੰਕਾ ਨਹੀਂ, ਬਹੁਤ ਇਮਾਨਦਾਰ ਨੇ ਔਰ ਕੰਮ ਕਰਨ ਦਾ ਉਹਨਾਂ ਦੇ ਵਿੱਚ ਵੀ ਜਜ਼ਬਾ ਹੈਗਾ। ਮੈਂ ਉਸ ਦਿਨ ਉਹਨਾਂ ਨਾਲ ਵੀ ਇੱਥੇ ਬੈਠਿਆਂ ਗੱਲ ਕੀਤੀ ਸੀ, ਉਸ ਤੋਂ ਬਾਅਦ ਵੀ ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਵੀ ਇਸ ਪ੍ਰੋਬਲਮ ਨੂੰ ਸਮਝਦੇ ਨੇ ਕਿ ਯਾਰ ਲੋਕਾਂ ਦੀ ਡਿਮਾਂਡ ਬਿਲਕੁਲ ਜੈਨੂਅਨ ਹੈ। ਇੱਥੇ ਐਸਡੀਐਮ ਹੈ, ਉਹਨਾਂ ਦੀ ਡਿਊਟੀ ਲੱਗੀ ਸੀਗੀ, ਮੇਰਾ ਖਿਆਲ ਹੈ ਧੰਨਵਾਦ ਹੈ ਐਸਡੀਐਮ ਸਾਹਿਬ ਦਾ, ਉਹਨਾਂ ਨੇ ਵੀ ਇਹਨਾਂ ਦੀ ਫੇਵਰ 'ਚ ਰਿਪੋਰਟ ਤਿਆਰ ਕੀਤੀ ਹੈ ਕਿ ਲੋਕਾਂ ਦੀ ਡਿਮਾਂਡ ਜਿਹੜੀ ਜੈਨੂਅਨ ਹੈ। ਔਰ ਜੇ ਫਿਰ ਉਹਦੇ ਉੱਤੇ ਤੁਸੀਂ ਨਜ਼ਰਸਾਨੀ ਨਾ ਕਰੋ, ਉਹਦੇ ਉੱਤੇ ਤੁਸੀਂ ਇਹਨਾਂ ਦਾ ਮਸਲਾ ਹੱਲ ਨਾ ਕਰੋ, ਫਿਰ ਦੁੱਖ ਲੱਗਦਾ। ਮੈਂ ਸਾਰੇ ਪੋਲੀਟੀਸ਼ੀਅਨ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਆਓ, ਕਿਸਾਨ ਜਥੇਬੰਦੀਆਂ, ਕਿੰਨਾ ਤੁਹਾਨੂੰ ਫਰਕ ਪੈਣਾ ਜਦੋਂ ਤੁਸੀਂ ਫਸਲ ਲੈ ਕੇ ਆਉਣਾ, 4-4 ਕਿਲੋਮੀਟਰ ਉੱਧਰ ਜਾਣਾ ਪੈਣਾ, 4 ਇੱਧਰ ਆਉਣਾ ਪੈਣਾ। ਇਹਨਾਂ ਦੀ ਆਵਾਜ਼ ਇੱਥੇ ਆ ਕੇ ਬੁਲੰਦ ਕਰੋ। ਜ਼ਰੂਰੀ ਨਹੀਂ, ਮੈਨੂੰ ਸਭ ਤੋਂ ਵਧੀਆ ਇਹ ਲੱਗਾ ਕਿ ਇਹਨਾਂ ਰਸਤਾ ਨਹੀਂ ਰੋਕਿਆ ਯਾਰ, ਮਤਲਬ ਸਾਈਡ ਤੇ ਬੈਠੇ ਨੇ, ਦਿਖਾ ਰਹੇ ਆ ਕਿ ਰਸਤਾ ਨਹੀਂ ਰੋਕਿਆ। ਇੱਕ ਛੋਟਾ ਜਿਹਾ ਧਰਨਾ ਚੱਲ ਰਿਹਾ, ਤੁਸੀਂ ਵੇਖੋ, ਕਿਉਂਕਿ ਵਪਾਰੀ ਲੋਕ ਨੇ ਨਾ, ਅਕਸਰ ਇਹ ਲੋਕ ਕਹਿੰਦੇ ਨੇ ਸ਼ਰੀਫ ਹੁੰਦੇ ਨੇ, ਬਹੁਤੇ ਲੜਨ ਨੂੰ ਕਾਲੇ ਨਹੀਂ ਹੁੰਦੇ, ਲੇਕਿਨ ਸਿਰਫ ਤੁਸੀਂ ਵੇਖੋ ਵਿਚਕਾਰ ਧਰਨਾ ਲਾਈ ਬੈਠੇ ਨੇ, ਆਸ-ਪਾਸ ਦੀ ਸੜਕਾਂ ਖੋਲ੍ਹੀਆਂ ਨੇ। ਇਹ ਚੰਗੀ ਗੱਲ ਹੈ, ਮੰਨਾ ਜੀ, ਨਜ਼ਰ ਆਈ ਹੈ ਜਿਹੜੀ ਚੀਜ਼ ਹੈ ਕਿ ਇਸ ਰਸਤਾ ਰੋਕ ਕੇ ਕਿਸੇ ਨੂੰ ਤੰਗ ਕਰਨਾ ਕੋਈ ਸਮਝਦਾਰੀ ਨਹੀਂ ਹੈ। ਤੁਹਾਨੂੰ ਮੈਂ ਇੱਕ ਚੀਜ਼ ਪਹਿਲਾਂ ਵੀ ਆਪਾਂ ਕਈ ਥਾਂ ਤੇ ਜ਼ਿਕਰ ਹੁੰਦਾ ਕਿ ਮੈਂ ਕਦੀ ਵੀ ਕਿਸੇ ਦਾ ਰਸਤਾ ਰੋਕਣ ਦੇ ਫੇਵਰ 'ਚ ਨਹੀਂ, ਨਾ ਹੀ ਮੈਂ ਉੱਥੇ ਜਾਣਾ ਕਿ ਜਿੱਥੇ ਬਹੁਤ ਜ਼ਿਆਦਾ ਮਜਬੂਰੀ ਨਾ ਹੋਵੇ ਕਿਤੇ ਵੀ। ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਹੈਗਾ ਕਿ ਜਿਵੇਂ ਅੱਜ ਇਹਨਾਂ ਨੂੰ ਮੁਸ਼ਕਲਾਂ ਦਿਸ ਰਹੀਆਂ ਨਾ, ਕਿ ਸਾਡੀਆਂ ਬੱਚੀਆਂ ਦੀ ਸੁਰੱਖਿਆ ਦਾ ਸਵਾਲ ਹੈ, ਸਾਡੇ ਖਰਚੇ ਦਾ ਸਵਾਲ ਹੈ, ਸਾਡੇ ਆਉਣ ਜਾਣ ਦਾ, ਜਦੋਂ ਤੁਸੀਂ ਰਸਤਾ ਰੋਕਦੇ ਹੋ ਤਾਂ ਲੋਕਾਂ ਨੂੰ ਇਹੀ ਦਿੱਕਤਾਂ ਆਉਂਦੀਆਂ ਨੇ। ਸੋ ਇਹਨਾਂ ਚੀਜ਼ਾਂ ਤੋਂ ਵੈਸੇ ਹੀ ਗਰੇਜ ਕਰਨਾ ਚਾਹੀਦਾ। ਪਰ ਜਦੋਂ ਲੋਕ ਰਸਤਾ ਰੋਕਦੇ ਨੇ, ਉਹ ਬਹੁਤ ਮਜਬੂਰੀ 'ਚ ਰੋਕਦੇ ਨੇ। ਕਈ ਤਾਂ ਸ਼ੌਂਕੀਆ ਰੋਕ ਲੈਂਦੇ ਨੇ ਨਾ, ਵੀ ਸਿਰੇ ਮੇਰੀ ਖਬਰ ਲੱਗੇ ਯਾਰ ਮੈਂ ਰਸਤਾ ਰੋਕਿਆ, ਪਰ ਇਹ ਲੋਕ ਤੁਹਾਨੂੰ
ਨੂੰ ਲੱਗਦੇ ਨੇ ਵੀ ਸ਼ੌਂਕੀ ਇਹਨਾਂ ਨੂੰ ਖਬਰਾਂ ਨਾਲ ਤਾਂ ਕੋਈ ਮਸਲਾ ਹੀ ਨਹੀਂ ਹੈਗਾ। ਇਹ ਲੋਕ ਆਪਣੀ ਮਜਬੂਰੀ 'ਚ ਬੈਠੇ ਨੇ, ਜਦੋਂ ਸਾਈਡ ਤੇ ਬੈਠੇ ਨੇ ਤੇ ਇਹਨਾਂ ਦੀ ਜਿਹੜੀ ਸਾਰ ਲੈ ਲੈਣੀ ਚਾਹੀਦੀ, ਇਹਨਾਂ ਦਾ ਮਸਲਾ ਲਾਉਣਾ ਚਾਹੀਦਾ। ਮੈਂ ਸਾਰਿਆਂ ਨੂੰ ਅਪੀਲ ਕਰਦਾ, ਜਿੰਨੇ NGO ਨੇ, ਜਿੰਨੇ ਸਮਾਜ ਸੇਵਕ ਨੇ, ਜਿੰਨੀਆਂ ਸੰਸਥਾਵਾਂ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਮਤਲਬ ਸਿਆਸੀ ਨੇ, ਉਹ ਸਾਰੀਆਂ ਹੀ ਇੱਥੇ ਆਪਣਾ ਆ ਕੇ ਪਾਰਟ ਪਲੇ ਕਰਨ, ਇੱਕ ਦਿਨ ਇੱਥੇ ਆਉਣ ਔਰ ਲੋਕਾਂ ਦੇ ਵਿੱਚ ਇਹ ਮਸਲਾ ਜਿਹੜਾ ਹੋਰ ਵੱਡੇ ਤੌਰ ਦੇ ਉੱਤੇ ਉੱਭਰੇ। ਲੋਕਾਂ ਨੂੰ ਬਿਨਾਂ ਦਿੱਕਤ ਤੋਂ ਇਹ ਮਸਲਾ ਹੱਲ ਹੋਣਾ ਚਾਹੀਦਾ। ਔਰ ਇਹ ਮੈਂ ਕਹਿ ਕੇ ਮਤਲਬ ਉਹਨਾਂ ਲੋਕਾਂ ਨੂੰ ਜ਼ਰੂਰ ਕਹੂੰਗਾ ਕਿ ਵਕਤ ਕਮ ਹੈ, जितना दम है लगा दो। कुछ लोगों को मैं जगाता हूँ, कुछ लोगों को तुम जगा दो। ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਤੁਸੀਂ ਮਤਲਬ ਉੱਥੋਂ ਇਹਨਾਂ ਲੋਕਾਂ ਦਾ ਮਸਲਾ ਸਮਝਿਆ ਤੇ ਉਹ 40 ਕਿਲੋਮੀਟਰ ਤੋਂ ਇੱਥੇ ਠੰਡ ਦੇ ਵਿੱਚ ਸਫ਼ਰ ਕਰਕੇ ਆਏ ਹੋ ਨਾ। ਸੋ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਸਮਝਣੀ ਚਾਹੀਦੀ, ਸਾਰਿਆਂ ਨੂੰ ਇੱਥੇ ਆ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ। ਮੈਨੂੰ ਇਹਨਾਂ ਲਈ ਦਿੱਲੀ ਜਾਣਾ ਪਿਆ, ਮੈਨੂੰ ਕਿਸੇ ਦਾ ਵੀ ਬੂਹਾ ਖੜਕਾਉਣਾ ਪਿਆ, ਮੈਨੂੰ ਕੋਈ ਸ਼ਰਮ ਤੇ ਕੋਈ ਗਰੇਜ਼ ਨਹੀਂ ਗੀ। ਜੋ ਵੀ ਅਪਡੇਟ ਹੋਣਗੇ ਮੈਂ ਸਾਰੇ ਇਹਨਾਂ ਨੂੰ ਮਤਲਬ ਦੱਸਦਾ ਰਹੂੰਗਾ ਔਰ ਕੋਸ਼ਿਸ਼ ਹੈ ਕਿ ਮਸਲਾ ਜਿਹੜਾ ਹੱਲ ਹੋਵੇ। ਜੀ ਭਾਜੀ, ਕੀ ਕਹਿਣਾ ਚਾਹੋਗੇ? ਹੁਣ ਤੁਸੀਂ ਇਸ ਮਸਲੇ ਨੂੰ ਚੁੱਕਿਆ ਹੈ, ਕੀ ਸਮਝਦੇ ਹੋ ਕਿ ਨੇਪਰੇ ਚੜ੍ਹੇਗਾ, ਸਰਕਾਰ ਜਿਹੜੀ ਸੁਣੂਗੀ ਤੁਹਾਡੀ ਗੱਲ? ਦੇਖੋ, ਜਿਹੜਾ ਇਹ ਮਸਲਾ ਚੁੱਕਿਆ ਜੀ, ਇਹ ਜੈਨੂਅਲ ਮਸਲਾ ਵਾ ਔਰ ਸਮੁੱਚੇ ਇਲਾਕੇ ਦਾ ਮਸਲਾ ਵਾ। ਜਿਹਦੇ ਨਾਲ ਤੁਸੀਂ ਮੰਨਾ ਜੀ ਕੋ ਸੁਣਿਆ, ਸਾਰੇ ਬੁਲਾਰਿਆਂ ਕੋ ਸੁਣਿਆ ਕਿ ਇਹਨਾਂ ਬਹੁਤ ਵੱਡੇ ਮੁੱਦੇ ਜੁੜੇ ਆ। ਔਰ ਸਾਨੂੰ ਇਹ ਗੱਲ ਬੜੀ ਮਤਲਬ ਸਰਕਾਰ ਦੇ ਉੱਤੇ ਇਸ ਗੱਲ ਦਾ ਰੋਸ ਆ ਕਿ ਸਰਕਾਰ ਸਾਡੇ ਸ਼ਹਿਰ ਨਾਲ ਕਿਉਂ ਮਤਰਾਈ ਮਾਂ ਵਾਲਾ ਸਲੂਕ ਕਰ ਰਹੀ ਆ। ਜਦੋਂ ਸ਼ਹਿਰਾਂ ਨੂੰ ਸੁੰਦਰਕਰਨ ਬਣਾਉਣਾ ਵਾ ਤੇ ਇਹਨਾਂ ਨੇ ਪਹਿਲਾਂ ਵਾਲਾ ਪੁਲ ਬਣਾਉਂਦੇ ਪੂਰੇ ਸ਼ਹਿਰ ਨੂੰ ਕ੍ਰੋਸ ਕੀਤਾ ਜਾਵੇ। ਇਹਨਾਂ ਸਾਡੇ ਅੱਧੇ ਸ਼ਹਿਰ ਦੇ ਵਿੱਚ ਪਹਿਲਾਂ ਵਾਲਾ ਪੁਲ ਤੇ ਅੱਧੇ ਸ਼ਹਿਰ ਦੇ ਵਿੱਚ ਮਿੱਟੀ ਪਾ ਕੇ ਸਾਡੇ ਸ਼ਹਿਰ ਦੀ ਸੁੰਦਰਤਾ ਨੂੰ ਇਹ ਖਰਾਬ ਕਰ ਰਹੇ ਆ, ਸਾਡੇ ਵਪਾਰ ਨੂੰ ਖਰਾਬ ਕਰ ਰਹੇ ਆ। ਸਾਡੀ ਮੰਡੀ, ਦਾਣਾ ਮੰਡੀ ਜਿਹੜੀ ਆ ਇੱਥੇ ਦੂਜੇ ਨੰਬਰ ਦੀ ਮੰਡੀ ਆ। ਔਰ ਸਾਡਾ ਇੱਥੇ ਲਗਭਗ 20-25 ਹਜ਼ਾਰ ਬੱਚਾ ਸਕੂਲਾਂ ਦੇ ਵਿੱਚ ਆਉਂਦਾ ਵਾ। ਸਾਡੇ ਸਕੂਲ ਆ, ਕਾਲਜ ਆ, ਹਸਪੀਟਲ ਆ। ਔਰ ਸੁਰੱਖਿਆ ਦਾ ਮੁੱਦਾ ਵਾ, ਸਾਰੇ ਇਲਾਕੇ ਦਾ ਮੁੱਦਾ ਵਾ। ਬਿਲਕੁਲ, ਤਾਂ ਤੁਸੀਂ ਦੇਖਿਆ ਕਿ ਮੁੱਦਾ ਹੈ। ਤਾਂ ਫਿਲਹਾਲ ਫਿਰ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਪੁੱਲ ਜਿਹੜਾ ਫਲਾਈਓਵਰ ਤੁਸੀਂ ਦੇਖ ਰਹੇ ਹੋ, ਇਹ ਜਦੋਂ ਬਣੇਗਾ ਤੇ ਇੱਥੇ ਆ ਜਾਏਗਾ ਤੇ ਇੱਥੇ ਮਿੱਟੀ ਦਾ ਫਲਾਈਓਵਰ ਬਣੇਗਾ, ਜਿਹਦੇ ਨਾਲ ਕਿ ਦੋਨੋਂ ਪਾਸਿਆਂ ਦੀ ਕਨੈਕਸ਼ਨ ਖਤਮ ਹੋ ਜਾਏਗੀ। ਔਰ ਉਸ ਤੋਂ ਬਾਅਦ ਜਿਹੜਾ ਅੱਗੇ ਕੱਟ ਹੈ ਉਹ ਬਹੁਤ ਲੰਬਾ ਹੈ। ਤਾਂ ਕੁੱਲ ਮਿਲਾ ਕੇ ਅਗਰ ਜਨਤਾ ਦੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਕਹੀਏ ਤੇ ਟੈਕਨੀਕਲ ਫਾਲਟ ਹੈ, ਜਿਸ ਨੂੰ ਲੈ ਕੇ ਹੁਣ ਇੱਥੇ ਲੋਕ ਇਕੱਠੇ ਹੋਏ ਨੇ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆਏ ਸੀ। ਔਰ ਅਗਰ ਇਸ ਪੁੱਲ ਨੂੰ ਇੱਥੋਂ ਹੀ ਅਗਰ ਥੋੜ੍ਹੀ ਜਿਹੀ ਐਕਸਟੈਂਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਤਕਰੀਬਨ 30 ਤੋਂ 35 ਹਜ਼ਾਰ ਲੋਕ ਜਿਹੜੇ ਨੇ ਇਹਦੇ ਨਾਲ ਜਿਹੜਾ ਹੈ ਸੁੱਖ ਦਾ ਸਾਹ ਲੈਣਗੇ। ਲੇਕਿਨ ਜ਼ਰੂਰਤ ਹੈ ਕਿ ਸਰਕਾਰਾਂ ਇਸ ਮਸਲੇ 'ਤੇ ਆਉਣ ਦੇਣ। ਠੀਕ ਹੈ, ਰਾਜ ਸਰਕਾਰਾਂ ਵੱਲੋਂ ਜਾਂ ਅਫਸਰ ਸਾਹਿਬਾਨਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦਿੱਤਾ ਗਿਆ ਹੈ, ਲੇਕਿਨ ਫਿਲਹਾਲ ਹਾਲੇ ਮਨਜ਼ੂਰੀ ਹੁੰਦੀ ਕੋਈ ਨਜ਼ਰ ਨਹੀਂ ਆਈ। ਤਾਂ ਉਮੀਦ ਕਰਦੇ ਹਾਂ ਕਿ ਮਨਜ਼ੂਰੀ ਆਏਗੀ ਸਾਹਮਣੇ, ਜਿਹਦੇ ਨਾਲ ਕਿ ਜਿਹੜੇ 30 ਹਜ਼ਾਰ ਲੋਕ ਇੱਕ ਪੁੱਲ ਕਰਕੇ ਅਫੈਕਟਡ ਹੋ ਰਹੇ ਨੇ, ਇੱਕ ਵਿਕਾਸ ਕਰਕੇ ਅਫੈਕਟਡ ਹੋ ਰਹੇ ਨੇ, ਉਹਨਾਂ ਨੂੰ ਕੁਝ ਰਾਹਤ ਮਿਲ ਸਕੇਗੀ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।